ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਟੀਵੀ ਪੰਜਾਬ। ਮੈਂ ਜਤਿੰਦਰ ਸਿੰਘ ਖਹਿਰਾ। ਹਰ ਵਾਰ ਮੈਂ ਕੋਈ ਨਾ ਕੋਈ ਤੁਹਾਡੇ ਕੋਲ ਉਮੀਦ ਦੀ ਕਹਾਣੀ ਲੈ ਕੇ ਆਉਣਾ ਹੈ ਔਰ ਅੱਜ ਵਾਲੀ ਕਹਾਣੀ ਜਿਹੜੀ ਹੈ ਉਹ ਵੀ ਬਹੁਤ ਖਾਸ ਹੈ। ਜੇ ਮੈਂ ਕਹਾਂ ਕਿ ਕਿਰਤ ਦੀ ਕਹਾਣੀ ਹੈ, ਉਹ ਕਹਾਣੀ ਜਿੱਥੇ ਹੱਥੀਂ ਕੰਮ ਕਰਨਾ ਇੱਕ ਆਪਣੇ ਆਪ ਦੇ ਵਿੱਚ ਮਿਸਾਲ ਹੈ। ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ। ਅੱਜ ਦੀ ਜਿਹੜੀ ਕਹਾਣੀ ਹੈ ਉਹ ਇਹ ਦੱਸ ਰਹੀ ਹੈ। ਮੈਂ ਜਾ ਰਿਹਾ ਜਲੰਧਰ ਤੋਂ ਹੁਸ਼ਿਆਰਪੁਰ। ਦੁਆਰਕਾ ਭਾਰਤੀ ਨੇ ਜਿਹੜੇ ਕਿ ਇਹ ਕਹਾਣੀ ਦੇ ਮੇਨ ਹੀਰੋ ਕਹਿ ਲਵਾਂ ਤੇ ਮੈਨੂੰ ਲੱਗਦਾ ਕੋਈ ਗੱਲ ਗਲਤ ਨਹੀਂ ਹੋਏਗੀ। ਆਓ ਫਿਰ ਚੱਲਦੇ ਹਾਂ ਤੇ ਦਿਖਾਉਂਦੇ ਹਾਂ ਤੁਹਾਨੂੰ ਇਹ ਕੀ ਹੈ ਕਹਾਣੀ। The poet and the writer with Marxist learning have done the extremely well. A Punjabi rural society involved in economic wants. ਵੀ ਮੈਂ ਵਾਕਈ ਜੇ ਕਿਸੇ ਜੌਬ 'ਚ ਹੁੰਦਾ ਜਾਂ ਕੰਮ ਕਰ ਰਿਹਾ ਹੁੰਦਾ ਤੇ ਮੈਂ ਜਿਸ ਮਕਾਮ ਤੇ ਅੱਜ ਬੈਠਾ, ਜੋ ਮੈਂ ਸਮਾਜ ਵਾਸਤੇ ਕਰਨ ਦੀ ਕੋਸ਼ਿਸ਼ ਵਿੱਚ ਹਾਂ, ਉਹ ਸ਼ਾਇਦ ਨਾ ਕਰ ਸਕਾਂ। ਤੁਹਾਡਾ ਜਿਹੜਾ ਸਾਹਿਤ ਦੇ ਨਾਲ ਪਿਆਰ ਹੈ ਉਹ ਕਿੱਦਾਂ ਪਿਆ? ਅੱਜ ਜਿਹੜਾ ਉਹੀ ਸਾਹਿਤ ਵਿਕੇਗਾ ਜਾਂ ਉਹੀ ਵਧੇਗਾ ਫੁੱਲੇਗਾ ਜਿਹੜਾ ਤੁਹਾਨੂੰ ਸਮਾਜ ਦੇ ਵਿੱਚ ਪਰਿਵਰਤਨ ਦੀਆਂ ਲੀਹਾਂ ਪਾ। ਅੱਛਾ, ਜਦੋਂ ਆਪਾਂ ਸਾਹਿਤ ਦੀ ਗੱਲ ਕਰਦੇ ਹਾਂ, ਤੁਸੀਂ ਲਿਖਿਆ ਵੀ ਬਹੁਤ ਹੈ। ਤੁਹਾਡੀ ਇਕਲਵਿਆ ਜਿਹੜੀ ਕਵਿਤਾ ਆ ਕਹਿੰਦੇ ਕਿ ਕਿਤੇ ਸਿਲੇਬਸ ਵੀ ਲੱਗੀ। ਐਮਏ ਦੀ ਕਲਾਸ ਜਿਹੜੀ ਆ ਦਲਿਤ ਸਾਹਿਤ ਦਾ ਜਿਹੜਾ ਇੱਕ ਨਵਾਂ ਜਿਹੜਾ ਸਿਲੇਬਸ ਇੰਟਰੋਡਿਊਸ ਹੋਇਆ, ਉਹਦੇ ਵਿੱਚ ਇਹ ਸਿਲੈਕਟ ਹੋਈ। ਇਸ ਤੋਂ ਇਲਾਵਾ ਤੁਸੀਂ ਟਰਾਂਸਲੇਟ ਸਾਹਿਤ ਦੇ ਉੱਤੇ ਵੀ ਬਹੁਤ ਕੰਮ ਕੀਤਾ ਆ, ਜਿਹੜਾ ਇਗਨੋ ਦੇ ਵਿੱਚ ਪੜ੍ਹਾਇਆ ਵੀ ਜਾਂਦਾ ਆ। ਮੇਰੀਆਂ ਲਗਭਗ 10-12 ਪੁਸਤਕਾਂ ਹੋਈਆਂ, ਜਿਨ੍ਹਾਂ ਵਿੱਚ ਅਨੁਵਾਦਿਤ ਵੀ ਹੈਗੀਆਂ, ਮੇਰੀਆਂ ਸੰਪਾਦਿਤ ਕੀਤੀਆਂ ਵੀ ਹੈਗੀਆਂ। ਮੇਰੀ ਆਤਮ ਕਥਾ ਆਟੋਬਾਇਓਗ੍ਰਾਫੀ ਹੈ, ਉਹ ਮੋਚੀ। ਮੇਰਾ ਇੱਕ ਸਵਾਲ ਹੈ, ਤੁਸੀਂ ਜ਼ਿੰਦਗੀ ਤੋਂ ਸੰਤੁਸ਼ਟ ਹੋ? ਅੱਜ ਤੱਕ ਮੇਰਾ ਕੰਮ ਹੋਇਆ ਸਾਹਿਤ ਦੇ ਵਿੱਚ ਜਾਂ ਵਿਚਾਰਧਾਰਕ ਤੌਰ ਤੇ, ਉਹਦੇ ਵਿੱਚ ਮੈਂ ਸਮਝਦਾ ਵੀ ਜੋ ਕੁਝ ਮੈਂ ਕਰਨਾ ਚਾਹੁੰਦਾ ਸੀ ਮੈਂ ਉਹ ਕਰ ਰਿਹਾ ਔਰ ਗਾਹਾਂ ਕਰਦਾ ਵੀ ਰਹਾਂਗਾ। ਪੰਜਾਬ ਦੀ ਰਹਿਤਲ ਰਹੀ ਹੈ ਕਿਰਤ ਕਰਨੀ ਤੇ ਵੰਡ ਛਕਣੀ। ਸਮਾਂ ਬਦਲ ਗਿਆ ਤੇ ਕਿਰਤ ਨੂੰ ਅਸੀਂ ਹੱਥੀਂ ਕਰਨਾ ਚੰਗਾ ਨਹੀਂ ਸਮਝਿਆ। ਜਾਂ ਮੈਂ ਦੂਸਰੇ ਸ਼ਬਦਾਂ ਦੇ ਵਿੱਚ ਕਹਿ ਲਾਂ ਕਿ ਅੱਜ ਕੱਲ੍ਹ ਦਾ ਨੌਜਵਾਨ ਜਿਹੜਾ ਹੈ ਜ਼ਿਆਦਾਤਰ ਹੱਥੀਂ ਕਿਰਤ ਕਰਨ ਤੋਂ ਕਤਰਾਉਂਦਾ ਨਜ਼ਰ ਆਉਂਦਾ ਹੈ। ਤੇ ਦੂਸਰੇ ਬੰਨੇ ਕਹਿ ਲਈਏ ਕਿ ਪੰਜਾਬ ਦੇ ਵਿੱਚ VVIP ਕਲਚਰ ਜਿਹੜਾ ਆ ਉਹ ਐਡਾ ਹਾਵੀ ਹੋ ਗਿਆ ਕਿ ਸ਼ਾਇਦ ਸਾਨੂੰ ਜਿਹੜੇ ਛੋਟੇ ਕੰਮ ਸੀਗੇ ਨਾ, ਉਹਨਾਂ ਨੂੰ ਕਰਨ ਵਾਲੇ ਤੇ ਆਪ ਕਰਨਾ ਤੇ ਦੂਰ ਦੀ ਗੱਲ ਹੈ। ਪਰ ਕਹਿੰਦੇ ਹੁੰਦੇ ਨਾ ਕਿ ਉਮੀਦ ਦਾ ਚਿਰਾਗ ਜਗਦਾ ਹੈ ਤੇ ਫਿਰ ਬਹੁਤ ਸਾਰੀਆਂ ਰੌਸ਼ਨੀਆਂ ਬਣਦਾ ਹੈ। ਇੱਦਾਂ ਦੀਆਂ ਕਹਾਣੀਆਂ ਜਿਹੜੀਆਂ ਨੇ ਉਹ ਸਮਾਜ ਨੂੰ ਸਿੱਖਿਆ ਦਿੰਦੀਆਂ ਨੇ ਤੇ ਮੋਢੇ ਨਾਲ ਮੋਢਾ ਜੋੜ ਕੇ ਚੱਲਣ ਦੀ ਗੱਲ ਕਰਦੀਆਂ ਨੇ। ਸੋ ਵਾਅਦੇ ਮੁਤਾਬਕ ਮੈਂ ਪਹੁੰਚ ਗਿਆ ਦੁਆਰਕਾ ਭਾਰਤੀ ਹੁਣਾਂ ਕੋਲੇ ਔਰ ਮੰਨੋ ਜਾਂ ਨਾ ਮੰਨੋ, ਇਹ ਗੱਲ ਸੱਚ ਹੈ ਕਿ ਦੁਨੀਆ ਦਾ ਸ਼ਾਇਦ ਪਹਿਲਾ ਇਨਸਾਨ ਹੋ ਸਕਦਾ ਹੈ ਜਾਂ ਪਹਿਲਾ ਮੋਚੀ ਹੋ ਸਕਦਾ ਹੈ ਜਿਹਨੇ ਆਪਣੀ ਆਟੋਬਾਇਓਗ੍ਰਾਫੀ ਲਿਖੀ ਹੈ। ਭਾਰਤੀ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਬਹੁਤ-ਬਹੁਤ ਧੰਨਵਾਦ, ਤੁਸੀਂ ਸਾਨੂੰ ਸਮਾਂ ਦਿੱਤਾ, ਕਿਉਂਕਿ ਅਸੀਂ ਦੇਖਿਆ ਕਾਫੀ ਤੁਸੀਂ ਮਸ਼ਰੂਫ ਰਹਿੰਦੇ ਹੋ ਆਪਣੇ ਕੰਮ ਦੇ ਵਿੱਚ, ਕਿਤਾਬਾਂ ਲਿਖਣ 'ਚ, ਸਾਹਿਤ ਪੜ੍ਹਨ 'ਚ। ਤੁਹਾਡਾ ਬਹੁਤ-ਬਹੁਤ ਧੰਨਵਾਦ। ਹਾਂਜੀ, ਤੁਹਾਡਾ ਵੀ ਬਹੁਤ-ਬਹੁਤ ਸ਼ੁਕਰੀਆ ਜੀ ਇੱਥੇ ਆਉਣ ਦਾ। ਅੱਛਾ, ਜਦੋਂ ਮੈਂ ਜਲੰਧਰੋਂ ਚੱਲਿਆ ਸੀ ਤਾਂ ਮੇਰਾ ਸਵਾਲ ਇੱਕ ਇਹ ਸੀਗਾ ਕਿ ਉਹ ਇਨਸਾਨ ਜਿਹੜਾ ਮੋਚੀ ਆ, ਜਿਹਦੇ ਜਿਹੜੇ ਪਰਚੇ ਲਿਖੇ ਹੋਏ ਨੇ, ਜਿਹਦੀਆਂ ਕਵਿਤਾਵਾਂ ਜਿਹੜੀਆਂ ਨੇ ਇਗਨੋ ਦੇ ਵਿੱਚ ਸਿਲੇਬਸ ਦੇ ਵਿੱਚ ਲੱਗੀਆਂ ਹੋਈਆਂ ਨੇ, ਪਰ ਉਸ ਤੋਂ ਬਾਅਦ ਫਿਰ ਜਦੋਂ ਆਪਾਂ ਅੱਜ ਦੀ ਗੱਲ ਕਰਦੇ ਹਾਂ, ਜਦੋਂ ਮੈਂ ਕਿਹਾ ਕਿ ਇੱਥੇ VVI ਕਲਚਰ ਜਿਹੜਾ ਹੈ ਉਹ ਬਹੁਤ ਭਾਰੀ ਆ, ਤੇ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਕਦੀ ਲੱਗਿਆ ਕਿ ਨਹੀਂ ਮੈਂ ਹੋਰ ਪੜ੍ਹ ਜਾਂਦਾ ਤੇ ਮੈਂ ਉਸ ਮੁਕਾਮ ਦੇ ਉੱਤੇ ਹੁੰਦਾ? ਕਿਉਂਕਿ ਮੈਂ ਜਦੋਂ ਚੱਲਿਆ ਸੀ ਨਾ, ਇਹ ਸਵਾਲ ਮੇਰੇ ਦਿਮਾਗ 'ਚ ਸੀ, ਮੈਨੂੰ ਲੱਗਿਆ ਪਹਿਲਾਂ ਇਹਨੂੰ ਹੀ ਪੁੱਛ ਲੈਣਾ ਚਾਹੀਦਾ। ਹਾਂਜੀ, ਬਿਲਕੁਲ ਤੁਸੀਂ ਠੀਕ ਕਿਹਾ। ਇਹ ਕਿਸ ਵੇਲੇ ਤਾਂ ਮੇਰੇ ਮਨ 'ਚ ਜ਼ਰੂਰ ਵਿਚਾਰ ਆ ਜਾਂਦਾ, ਜਿਸ ਵੇਲੇ ਸਾਡੇ ਨਾਲ ਦੇ ਜਿਹੜੇ ਪੜ੍ਹੇ ਲੋਕ ਆ, ਕੋਈ SD ਰਿਟਾਇਰ ਹੋ ਰਿਹਾ, ਕੋਈ ਹੈਡਮਾਸਟਰ ਰਿਟਾਇਰ ਹੋ ਰਿਹਾ, ਕੋਈ ਟੀਚਰ ਰਿਟਾਇਰ ਹੋ ਰਿਹਾ, ਜਾਂ ਕਿਸੇ ਹੋਰ ਅੱਛੇ ਅਹੁਦੇ 'ਤੇ ਰਿਟਾਇਰ ਹੋ ਰਿਹਾ, ਉਸ ਵੇਲੇ ਤਾਂ ਇੱਕ ਵਾਰੀ ਮਨ ਜ਼ਰੂਰ ਗੱਲ ਆਉਂਦੀ ਆ। ਪਰ ਜਿਸ ਵੇਲੇ ਮੈਂ ਆਪਣਾ ਕਿਰਦਾਰ ਔਰ ਆਪਣੀ ਪਹੁੰਚ ਔਰ ਆਪਣਾ ਮੈਂ ਜਿਹੜੇ ਵਿਚਾਰ ਦੇਖਦਾ, ਆਪਣਾ ਥਾਟ ਦੇਖਦਾ,
ਤਾਂ ਮੈਨੂੰ ਉਹ ਜਿਹੜੇ ਬੰਦੇ ਆ ਜਿਹੜੇ ਸਾਡੇ ਨਾਲ ਸੱਜਣ ਮਿੱਤਰ ਆ, ਜਿਹੜੇ ਅੱਜ ਰਿਟਾਇਰ ਹੋ ਘਰ ਬੈਠੇ ਆ, ਉਹ ਮੈਨੂੰ ਇੱਦਾਂ ਜਾਪਦੇ ਵੀ ਉਹ ਕਮ ਸੇ ਕਮ ਮੇਰੇ ਲੈਵਲ ਦੇ ਨਹੀਂ, ਵਿਚਾਰਕ ਤੌਰ ਉੱਤੇ। ਕਿਉਂਕਿ ਜੋ ਮੈਂ ਸਾਹਿਤ ਦੇ ਦੁਆਰਾ ਜੋ ਮੈਂ ਗੇਨ ਕੀਤਾ, ਜੋ ਪ੍ਰਾਪਤ ਕੀਤਾ, ਆਪਣੀ ਜਿਹੜੀ ਬੁੱਧੀ ਆ ਉਹਨੂੰ ਕਿਸ ਤਰ੍ਹਾਂ ਡਿਵੈਲਪ ਕੀਤਾ, ਆਪਣੇ ਸੋਚਣ ਦੀ ਤਾਕਤ ਨੂੰ ਕਿੱਦਾਂ ਵਧਾਇਆ, ਕਿੱਦਾਂ ਬੂਸਟ ਕੀਤਾ, ਉਹ ਸਾਰਾ ਕੰਮ ਜਿਹੜਾ ਸਾਹਿਤ ਨੇ ਕੀਤਾ। ਅਤੇ ਮੈਨੂੰ ਐਂ ਲੱਗਦਾ ਵੀ ਮੈਂ ਵਾਕਈ ਜੇ ਕਿਸੇ ਜੋਬ 'ਚ ਹੁੰਦਾ ਜਾਂ ਕੰਮ ਕਰ ਰਿਹਾ ਹੁੰਦਾ ਅਤੇ ਮੈਂ ਜਿਸ ਮੁਕਾਮ 'ਤੇ ਅੱਜ ਬੈਠਾ, ਜੋ ਮੈਂ ਸਮਾਜ ਵਾਸਤੇ ਕਰਨ ਦੀ ਕੋਸ਼ਿਸ਼ ਵਿੱਚ ਹਾਂ, ਉਹ ਸ਼ਾਇਦ ਨਾ ਕਰ ਸਕਦਾ। ਅੱਛਾ ਭਾਰਤੀ ਸਾਹਿਬ, ਕੀ ਕਰਨਾ ਚਾਹੁੰਦੇ ਆ ਸਮਾਜ ਲਈ? ਤੁਸੀਂ ਕਹਿੰਦੇ ਕਿ ਮੈਂ ਕਰਨ ਦੀ ਕੋਸ਼ਿਸ਼ 'ਚ ਹਾਂ, ਕਿਹੜਾ ਸੁਪਨਾ ਹੈ ਸਮਾਜ ਨੂੰ ਲੈ ਕੇ? ਇਸੀ ਉਮਰੇ ਵੀ ਸੁਪਨਾ ਹੋਣਾ, ਉਹ ਵੀ ਸਮਾਜ ਲਈ ਹੋਣਾ, ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਆ। ਜੀ ਹਾਂ, ਬਿਲਕੁਲ। ਸੁਪਨੇ ਜਿਹੜੇ ਹੁੰਦੇ ਆ ਜੀ, ਉਹ ਕਦੇ ਮਰਦੇ ਨਹੀਂ, ਕਿਉਂਕਿ ਸੁਪਨੇ ਨੂੰ ਸਾਕਾਰ ਕਰਨਾ ਹੀ ਜਿਹੜਾ ਉਹ ਇਹ ਅਸਲੀ ਜਿਹੜਾ ਬੰਦੇ ਦਾ ਜਿਹੜਾ ਕਿਰਦਾਰ ਹੋਣਾ ਚਾਹੀਦਾ। ਮੈਂ ਜਦੋਂ ਵੀ ਇਹ ਗੱਲ ਕਰਦਾ ਸਮਾਜ ਦੇ ਪ੍ਰਤੀ, ਤਾਂ ਮੇਰੇ ਮਨ 'ਚ ਇਹ ਦੇਖ ਕੇ ਬੜਾ ਰੋਹ ਆਉਂਦਾ ਵੀ ਸਾਡੇ ਸਮਾਜ ਦੇ ਵਿੱਚ ਜਿਹੜਾ ਵਿਤਕਰਾ ਹਰ ਤਰ੍ਹਾਂ ਨਾਲ ਹੀ, ਕਾਸਟ ਵੱਲੋਂ ਵੀ, ਆਰਥਿਕ ਤੌਰ 'ਤੇ ਵੀ, ਔਰ ਜਿਹੜਾ ਸਾਡਾ ਸਮਾਜਿਕ ਸਟੇਟਸ ਦੀ ਜਿਹੜੀ ਸਾਨੂੰ ਚਿੰਤਾ ਲੱਗੀ ਆ, ਉਹਦੇ ਪ੍ਰਤੀ ਸੋਚ ਕੇ ਮੈਨੂੰ ਬਹੁਤ ਦੁੱਖ ਹੁੰਦਾ। ਔਰ ਮੈਂ ਸੋਚਦਾ ਵੀ ਜਿਹੜੀ ਸਾਡੀ ਦੁਨੀਆ, ਇਹ ਉਸੇ ਤਰ੍ਹਾਂ ਦੀ ਦੁਨੀਆ ਕਿਉਂ ਨਹੀਂ ਬਣਦੀ ਜਿਸ ਤਰ੍ਹਾਂ ਦੀ ਦੁਨੀਆ ਨੂੰ ਦੇਖਣ ਅਸੀਂ ਦੌੜ ਕੇ ਜਾਂਦੇ ਹਾਂ। ਹਾਂਜੀ। ਅਤੇ ਮੇਰੇ ਮਨ 'ਚ ਜਿਹੜੇ ਵਿਚਾਰ ਆ, ਤਾਂ ਮੈਂ ਫਿਰ ਉਸ ਵੇਲੇ ਬਹੁਤ ਆਪਣੇ ਆਪ ਨੂੰ ਸੰਤੁਸ਼ਟ ਮਹਿਸੂਸ ਕਰਦਾ, ਕਿਉਂਕਿ ਮੈਂ ਦੁਨੀਆ ਭਰ ਦੇ ਉਹਨਾਂ ਥਿੰਕਰਾਂ ਨੂੰ ਚੰਗੀ ਤਰ੍ਹਾਂ ਜਾਣਦਾ ਜਿਨ੍ਹਾਂ ਨੇ ਦੁਨੀਆ ਬਦਲੀ ਆ, ਜਿਨ੍ਹਾਂ ਨੇ ਲੋਕਾਂ ਦੇ ਵਿਚਾਰ ਬਦਲੇ ਆ, ਜਿਨ੍ਹਾਂ ਨੇ ਲੋਕਾਂ ਦਾ ਸੋਚਣਾ ਬਦਲਿਆ। ਅਤੇ ਉਹ ਹੋ ਸਕਦਾ ਜਿਹੜੇ ਮੇਰੇ ਦੋਸਤ ਆ, ਮੇਰੇ ਨਾਲ ਦੇ ਆ, ਉਹ ਅੱਛੇ ਅਹੁਦੇ ਰਿਟਾਇਰ ਘਰ ਬੈਠੇ ਹੋਣਗੇ, ਪਰ ਜੋ ਮੈਂ ਸੋਚ ਰਿਹਾ ਉਹ ਅੱਜ ਸ਼ਾਇਦ ਨਹੀਂ ਸੋਚ ਰਹੇ। ਅੱਛਾ, ਤੁਹਾਡਾ ਜਿਹੜਾ ਸਾਹਿਤ ਦੇ ਨਾਲ ਪਿਆਰ ਹੈ ਉਹ ਕਿੱਦਾਂ ਪਿਆ? ਕਿਉਂਕਿ ਸਫ਼ਰ ਬਹੁਤ ਲੰਬਾ ਹੈ, ਤੁਹਾਨੂੰ ਸਾਹਿਤ ਲਿਖਦਿਆਂ ਵੀ ਬਹੁਤ ਸਮਾਂ ਹੋ ਗਿਆ ਹੈ, ਅਤੇ ਕਿੱਦਾਂ ਸ਼ੁਰੂਆਤ ਹੋਈ? ਹਾਂ, ਮੈਨੂੰ ਵੈਸੇ ਇਸ ਤਰ੍ਹਾਂ ਲੱਗ ਰਿਹਾ ਜੀ, ਮੈਨੂੰ ਬਚਪਨ ਤੋਂ ਕਾਫੀ ਪੜ੍ਹਨ ਦੀ ਆਦਤ ਸੀ, ਔਰ ਆਦਤ ਇੰਨੀ ਸੀ, ਇੱਕ ਤਰ੍ਹਾਂ ਦਾ ਨਸ਼ਾ ਸੀ। ਮੈਂ ਆਪਣੀਆਂ ਜਿਹੜੀਆਂ ਮੇਰੇ ਸਿਲੇਬਸ ਦੀਆਂ ਕਿਤਾਬਾਂ ਉਹਨਾਂ ਤੋਂ ਇਲਾਵਾ ਵੀ ਜੇ ਮੈਂ ਪੜ੍ਹ ਨਹੀਂ ਸੀ ਲੈਂਦਾ, ਤਾਂ ਮੈਨੂੰ ਐਂ ਲੱਗਦਾ ਸੀ ਮੈਂ ਅੱਜ ਇੱਕ ਅਧੂਰਾ ਜਿਹਾ ਬੰਦਾ ਰਿਹਾ। ਅਤੇ ਕੁਦਰਤੀ ਆ, ਮੈਨੂੰ ਕਾਫੀ ਪੜ੍ਹਨ ਦਾ ਜਿਹੜਾ ਸ਼ੌਕ ਜਿਹੜਾ ਮੈਨੂੰ ਉਹ ਸਾਹਿਤ ਵੱਲ ਲੈ ਕੇ ਆਇਆ। ਅੱਛਾ, ਜਦੋਂ ਮੈਂ ਸਾਹਿਤ ਦੀ ਗੱਲ ਕਰਦਾ ਤਾਂ ਕਹਿੰਦੇ ਸਾਹਿਤ ਇੱਕ ਬੰਦੇ ਨੂੰ ਇਨਸਾਨ ਬਣਾ ਦਿੰਦਾ ਆ। ਤੁਹਾਡੇ ਲਈ ਸਾਹਿਤ ਦੀ ਕੀ ਪਰਿਭਾਸ਼ਾ ਆ? ਹਾਂ, ਮੇਰੇ ਵਾਸਤੇ ਮੇਰੀ ਹੁੰਦੀ ਜਿਹੜੀ ਪਰਿਭਾਸ਼ਾ, ਮੈਂ ਸਾਹਿਤ ਦੀ ਕੈਟਾਗਰੀ 'ਚ ਉਸ ਸਾਹਿਤ ਨੂੰ ਰੱਖਦਾ ਜਿਹੜਾ ਸਾਹਿਤ ਤੁਹਾਡੇ ਸਮਾਜ ਦੀ ਗੱਲ ਕਰਦਾ, ਤੁਹਾਡੇ ਸਮਾਜ ਦੇ ਪਰਿਵਰਤਨ ਦੀ ਗੱਲ ਕਰਦਾ। ਕਿਉਂਕਿ ਅੱਜ ਸਾਹਿਤ ਦੀ ਜਿਹੜੀ ਡੈਫੀਨੇਸ਼ਨ ਹੈ ਉਹ ਸਿਰਫ ਐਂਟਰਟੇਨਮੈਂਟ ਤੱਕ ਸੀਮਿਤ ਨਹੀਂ ਰਿਹਾ। ਅੱਜ ਜਿਹੜਾ ਉਹੀ ਸਾਹਿਤ ਵਿਕੇਗਾ ਜਾਂ ਉਹੀ ਵਧੇਗਾ ਫੁੱਲੇਗਾ ਜਿਹੜਾ ਤੁਹਾਨੂੰ ਸਮਾਜ ਦੇ ਵਿੱਚ ਪਰਿਵਰਤਨ ਦੀਆਂ ਲੀਹਾਂ ਪਾਉਂਦਾ। ਅੱਛਾ, ਜਦੋਂ ਆਪਾਂ ਸਾਹਿਤ ਦੀ ਗੱਲ ਕਰਦੇ ਹਾਂ, ਤੁਸੀਂ ਲਿਖਿਆ ਵੀ ਬਹੁਤ ਹੈ। ਤੁਹਾਡੀ ਇਕਲਵਿਆ ਜਿਹੜੀ ਕਵਿਤਾ ਆ, ਕਹਿੰਦੇ ਕਿ ਕਿਤੇ ਸਿਲੇਬਸ 'ਚ ਵੀ ਲੱਗੀ ਹੈ। ਕਿੱਥੇ ਸਿਲੇਬਸ 'ਚ ਲੱਗੀ ਹੈ? ਉਹ ਹੈਗੀ ਹੈ ਜੀ ਆਪਣੇ ਇੰਦਰਾ ਗਾਂਧੀ ਓਪਨ ਯੂਨੀਵਰਸਿਟੀ ਇਗਨੂ, ਜਿਹੜੇ ਸ਼ਾਰਟ ਨਾਂ, ਉਹਦੇ ਵਿੱਚ ਲੱਗੀ ਹੈ ਜੀ MA ਦੀ ਕਲਾਸ, ਜਿਹੜੀ ਆ ਦਲਿਤ ਸਾਹਿਤ ਦਾ ਜਿਹੜਾ ਇੱਕ ਨਵਾਂ ਜਿਹੜਾ ਸਿਲੇਬਸ ਇੰਟਰੋਡਿਊਸ ਹੋਇਆ, ਉਹਦੇ ਵਿੱਚ ਇਹ ਸਿਲੈਕਟ ਹੋਈ ਕਰਤਾ। ਅਸੀਂ ਆਪਣੇ ਦੇਖਣ ਵਾਲਿਆਂ ਨੂੰ ਦੱਸ ਦਈਏ ਕਿ ਦਲਿਤ ਸਾਹਿਤ ਕਰਕੇ ਇੱਕ ਕੈਟਾਗਰੀ ਹੈ, ਸਬਜੈਕਟ ਸਬ ਕੈਟਾਗਰੀ ਹੈ ਇਹ ਲਿਟਰੇਚਰ ਦੀ, ਉਹਦੇ ਵਿੱਚ ਇਹਨਾਂ ਦਾ ਇਹ ਇਕਲਵਿਆ ਕਰਕੇ ਜਿਹੜੀ ਇਹਨਾਂ ਦੀ ਲਿਖਤ ਹੈ ਉਹ ਛਪੀ ਹੋਈ ਹੈ। ਇਸ ਤੋਂ ਇਲਾਵਾ ਤੁਸੀਂ ਟਰਾਂਸਲੇਟ ਸਾਹਿਤ ਦੇ ਉੱਤੇ ਵੀ ਬਹੁਤ ਕੰਮ ਕੀਤਾ ਆ, ਜਿਹੜਾ ਇਗਨੂ ਦੇ ਵਿੱਚ ਪੜ੍ਹਾਇਆ ਵੀ ਜਾਂਦਾ ਆ, ਉਹ ਕਿਹੜਾ ਆ? ਹਾਂ, ਉਹਦੇ ਵਿੱਚ ਜਿਵੇਂ ਇੱਕ ਨਾਵਲ ਸੀ ਪੰਜਾਬੀ ਦੇ ਵਿੱਚ ਜਿਹਦਾ ਨਾਂ ਸੀ ਮਸ਼ਾਲਚੀ, ਔਰ ਪੰਜਾਬੀ ਸੀ, ਮੈਂ ਉਹਦਾ ਅਨੁਵਾਦ ਕੀਤਾ ਔਰ ਕਾਫੀ ਚਰਚਾ ਵਿੱਚ ਰਿਹਾ। ਅਤੇ ਉਹੀ ਫਿਰ ਅਸਾਂ ਜਿਹੜੇ ਇਸ MA ਦੇ ਸਿਲੇਬਸ ਦੇ ਵਿੱਚ ਆ ਉਹ ਸਿਲੈਕਟ ਹੋਇਆ, ਉੱਥੇ ਪੜ੍ਹਾ ਰਹੇ, ਅੱਜ ਪੜ੍ਹ ਰਹੇ ਬੱਚੇ। ਠੀਕ ਹੈ। ਅੱਛਾ, ਇਸ ਤੋਂ ਇਲਾਵਾ ਹੋਰ ਕਿਹੜੀਆਂ ਕਿਤਾਬਾਂ ਲਿਖੀਆਂ ਨੇ? ਕਿੰਨੀਆਂ ਕੁ ਹੁਣ ਤੱਕ ਪਬਲਿਸ਼ ਹੋ ਗਈਆਂ ਨੇ? ਹਾਂ, ਮੇਰੀਆਂ ਲਗਭਗ 10-12 ਪੁਸਤਕਾਂ ਹੋਈਆਂ, ਜਿਨ੍ਹਾਂ ਵਿੱਚ ਅਨੁਵਾਦਿਤ ਵੀ ਹੈਗੀਆਂ, ਮੇਰੀਆਂ ਸੰਪਾਦਿਤ ਕੀਤੀਆਂ ਵੀ ਹੈਗੀਆਂ, ਕੁਛ ਮੇਰੀਆਂ ਆਪਣੀਆਂ। ਜਿਸ ਤਰ੍ਹਾਂ ਰੀਸੈਂਟ ਜਿਹੜੀ ਆ ਕਿਤਾਬ ਛਪ ਰਹੀ ਆ, ਉਹਦਾ ਨਾਂ ਹੈਗਾ ਰਾਸ਼ਟਰ, ਹਿੰਦੀ ਵਿੱਚ ਆ ਰਾਸ਼ਟਰ, ਰਾਸ਼ਟਰਵਾਦ ਅਤੇ ਅੰਬੇਡਕਰਵਾਦ। ਹਾਂਜੀ। ਅੱਛਾ, ਜਦੋਂ ਆਪਾਂ ਗੱਲ ਕਰਦੇ ਹਾਂ, ਤੁਹਾਡਾ ਜਿਹੜਾ ਔਰਾ ਹੈ ਉਹ ਬਹੁਤ ਵੱਡਾ ਆ, ਅਤੇ ਤੁਹਾਡੇ ਉੱਤੇ ਮੈਂ ਸੁਣਿਆ ਕਹਿੰਦੇ ਕਿ ਕੋਈ PhD ਸਕਾਲਰ ਵੀ ਆ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ, ਉਹ ਤੁਹਾਡੇ ਉੱਤੇ ਕੰਮ ਕਰ ਰਿਹਾ ਆ, ਵਾਕਈ ਕਰ ਰਹੇ ਆ? ਜੀ ਹਾਂ, ਉਹ ਮੇਰੀ ਹੁਣ ਜਿਹੜੀ ਰੀਸੈਂਟ ਜਿਹੜੀ ਛਪੀ ਹੈ ਮੇਰੀ ਆਤਮ ਕਥਾ ਆਟੋਬਾਇਓਗ੍ਰਾਫੀ ਹੈ, ਉਹ ਮੋਚੀ,
ਤੇ ਉਹਦੇ ਉੱਪਰ ਇੱਕ ਲੜਕੀ ਆ ਉਹ ਚੰਡੀਗੜ੍ਹ ਤੋਂ ਸੰਦੀਪ ਕੌਰ ਤੇ ਉਹ ਉੱਤੇ ਜਿਹੜੀ ਆ ਉਹ ਕੰਮ ਕਰ ਰਹੀ ਆ ਦਲਿਤ ਸਾਹਿਤ ਦੇ ਅੰਡਰ। ਹਾਂਜੀ। ਅੱਛਾ, ਜਦੋਂ ਆਪਾਂ ਕੰਮ ਦੀ ਗੱਲ ਕਰਦੇ ਹਾਂ ਤਾਂ ਤੁਸੀਂ ਇੱਥੇ ਜੁੱਤੀਆਂ ਗੰਢਦੇ ਹੋ, ਤੇ ਕਦੀ ਇਦਾਂ ਲੱਗਿਆ ਕਿ ਮੇਰਾ ਕੰਮ ਜਿਹੜਾ ਆ ਉਹ ਮੇਰੇ ਸਾਹਿਤ ਕਰਕੇ ਉਹਨੂੰ ਝੱਲਣਾ ਪੈਂਦਾ ਕੁਛ, ਜਾਂ ਸਾਹਿਤ ਨੂੰ ਤੁਹਾਡੇ ਕੰਮ ਕਰਕੇ ਝੱਲਣਾ ਪੈਂਦਾ, ਜਾਂ ਤੁਸੀਂ ਤਾਲਮੇਲ ਬਿਠਾ ਲਿਆ ਸੀ? ਹਾਂ, ਵੈਸੇ ਇਹਦੇ ਵਿੱਚ ਦੋ ਹੋ ਸਕਦੇ ਜੀ। ਇਹਦੇ ਵਿੱਚ ਮੈਂ ਦੋ ਪਾਰਟਸ ਕਰ ਸਕਦਾ ਇਹਦੇ। ਨੰਬਰ 1, ਪਹਿਲਾ ਪਾਰਟਸ ਤਾਂ ਮੈਂ ਇਹ ਕਰ ਸਕਦਾ ਇਹਦਾ ਵੀ ਕਿਸ ਵੇਲੇ ਜਦੋਂ ਮੈਂ ਕੰਮ ਕਰਦਾ ਅਤੇ ਮੇਰੇ ਕੋਲ ਮੇਰੇ ਰਿਸ਼ਤੇਦਾਰ ਜਾਂ ਮੇਰੇ ਦੋਸਤ ਜਿਹੜੇ ਉੱਚੀਆਂ ਪੋਜੀਸ਼ਨਾਂ 'ਤੇ ਬੈਠੇ ਆ ਮੇਰੇ ਕੋਲ ਆਉਂਦੇ ਆ, ਅਤੇ ਮੈਂ ਉਹਨਾਂ ਵੱਲ ਜਿਹੜੇ ਦੇਖਦਾ ਹੁੰਦਾ ਤਾਂ ਉਹਨਾਂ ਦੀ ਨਿਗਾਹ ਜਿਹੜੇ ਮੈਂ ਉਹਨਾਂ ਦਾ ਨਿਗਾਹ ਮਾਰਦਾ ਗਹਿਰਾਈ ਨਾਲ, ਤਾਂ ਮੈਨੂੰ ਇਹ ਲੱਗਦਾ ਵੀ ਉਹ ਮੈਨੂੰ ਕਿਸੇ ਉੱਚੇ ਪਹਾੜ 'ਤੇ ਬੈਠ ਕੇ ਦੇਖ ਰਹੇ ਆ। ਕਿਉਂ? ਉਹਨਾਂ ਵਾਸਤੇ ਮੈਂ ਇੱਕ ਛੋਟਾ ਜਿਹਾ ਥੱਲੇ ਬੈਠ ਕੇ ਕੰਮ ਕਰਨ ਵਾਲਾ ਬੰਦਾ ਹਾਂ। ਹਾਂ, ਇਹ ਗੱਲ ਵੱਖਰੀ ਆ ਵੀ ਜਿਸ ਵੇਲੇ ਉਹ ਉਹਨਾਂ ਨੂੰ ਪਤਾ ਲੱਗ ਜਾਂਦਾ ਗੱਲਬਾਤ ਤੋਂ, ਕੁਆਲਿਟੀ ਤੋਂ ਪਤਾ ਲੱਗ ਜਾਂਦਾ ਇਹਦੀ ਗੱਲਬਾਤ ਕਿੱਦਾਂ ਦੀ ਆ, ਇਹ ਕਿਸ ਤਰ੍ਹਾਂ ਗੱਲ ਕਰ ਰਿਹਾ, ਕੀ ਇਹ ਚਾਹੁੰਦਾ, ਫਿਰ ਹੋ ਸਕਦਾ ਉਹਨਾਂ ਦਾ ਜਿਹੜੇ ਵਿਚਾਰ ਬਦਲ ਜਾਂਦੇ ਹੋਣ। ਪਰ ਜਿਹੜੀ ਪਹਿਲੀ ਮਿਲਣੀ ਆ ਉਹ ਲਗਭਗ ਇਸ ਤਰ੍ਹਾਂ ਦੀ ਹੀ ਹੁੰਦੀ ਆ। ਮੈਨੂੰ ਕਈ ਮੇਰੇ ਦੋਸਤ ਇਹ ਵੀ ਕਹਿੰਦੇ ਆ ਵੀ ਤੁਸੀਂ ਜਿਹੜਾ ਕੰਮ ਕਰਦੇ ਆ ਤੁਸੀਂ ਬੈਠ ਕੇ ਕਿਉਂ ਕਰਦੇ ਆ, ਤੁਸੀਂ ਉੱਚਾ ਠੀਠਾ ਬਣਾਓ, ਉੱਪਰ ਬੈਠੋ। ਤਾਂ ਫਿਰ ਮੈਂ ਸੋਚਦਾ ਹੁੰਦਾ ਵੀ ਜ਼ਰੂਰ ਉਹਨਾਂ ਦੇ ਮਨ 'ਚ ਇਹ ਗੱਲ ਜ਼ਰੂਰ ਆ ਵੀ ਇਹ ਬੰਦਾ ਜਿਹੜਾ ਥੱਲੇ ਬਹਿ ਕੰਮ ਕਰਦਾ ਬਹੁਤ ਛੋਟਾ ਲੱਗਦਾ, ਸਾਡੇ ਬਰਾਬਰ, ਸਾਡੀ ਜਿਹੜੀ ਪੋਜੀਸ਼ਨ ਹੈ ਉਹ ਛੋਟਾ ਲੱਗਦਾ। ਇਸ ਕਰਕੇ ਮੈਂ ਕਈ ਵਾਰੀ ਇਹ ਮੇਰੇ ਮਨ 'ਚ ਆ ਹੀ ਜਾਂਦਾ ਹੈ ਵੀ ਕਾਸ਼ ਮੈਂ ਵੀ ਇਹਨਾਂ ਵਰਗਾ ਹੁੰਦਾ। ਅੱਛਾ, ਜਦੋਂ ਆਪਾਂ ਗੱਲ ਕਰਦੇ ਹਾਂ ਤੁਸੀਂ ਕਹਿੰਦੇ ਆ ਕਿ ਉਹਨਾਂ ਨੂੰ ਉੱਚਾ ਲੱਗਦਾ ਹੈ, ਇਹ ਸਮਾਜ ਦੀ ਵਾਕਈ ਬਹੁਤ ਵੱਡੀ ਇਹ ਕਹਿ ਲਓ ਕਿ ਤਰਾਸਦੀ ਹੈ ਕਿ ਉਹਨਾਂ ਨੂੰ ਉਹੀ ਕੰਮ ਚੰਗੇ ਲੱਗਦੇ ਜਿਹੜੇ ਉੱਪਰ ਤੱਕ ਹੁੰਦੇ ਨੇ। ਸ਼ਾਇਦ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਜੇ ਥੱਲੇਲੇ ਕੰਮ ਕੋਈ ਕਰੂਗਾ ਨਹੀਂ ਤੇ ਉੱਪਰ ਤੱਕ ਕਿਵੇਂ ਪਹੁੰਚੂਗਾ। ਅੱਛਾ, ਦੂਸਰੇ ਬੰਨੇ ਮੇਰਾ ਇੱਕ ਸਵਾਲ ਹੈ, ਤੁਸੀਂ ਜ਼ਿੰਦਗੀ ਤੋਂ ਸੰਤੁਸ਼ਟ ਹੋ? ਹਾਂ, ਲਗਭਗ ਸੰਤੁਸ਼ਟੀ ਤਾਂ ਦੇਖੋ ਜੀ ਆਪਣੀ ਮਨ ਦੀ ਜਿਹੜੀ ਮਾਨਸਿਕ ਅਵਸਥਾ ਹੁੰਦੀ ਆ, ਅਤੇ ਜੇ ਬੰਦਾ ਇਹ ਮੰਨ ਕੇ ਤੁਰੇ ਮੈਂ ਸੰਤੁਸ਼ਟ ਨਹੀਂ ਆ ਤਾਂ ਫਿਰ ਤਾਂ ਸਾਰੀ ਜ਼ਿੰਦਗੀ ਦਾ ਮਸਲਾ ਕਦੇ ਵੀ ਨਹੀਂ ਹੋ ਸਕਦਾ। ਪਰ ਮੈਂ ਜਿੱਥੋਂ ਤੱਕ ਮੈਂ ਆਪਣੀਆਂ ਜੋ ਮੇਰੀ ਅੱਜ ਤੱਕ ਮੇਰਾ ਕੰਮ ਹੋਇਆ ਸਾਹਿਤ ਦੇ ਵਿੱਚ ਜਾਂ ਵਿਚਾਰਧਾਰਕ ਤੌਰ 'ਤੇ, ਉਹਦੇ ਵਿੱਚ ਮੈਂ ਇੱਦਾਂ ਮੈਂ ਸਮਝਦਾ ਵੀ ਜੋ ਕੁਛ ਮੈਂ ਕਰਨਾ ਚਾਹੁੰਦਾ ਸੀ ਮੈਂ ਉਹ ਕਰ ਰਿਹਾ ਔਰ ਗਾਹਾਂ ਕਰਦਾ ਵੀ ਰਹਾਂਗਾ। ਇੱਕ ਨਾਵਲ ਹੈ ਜੂਠਣ, ਬਹੁਤ ਕ੍ਰਿਟੀਕਲੀ ਅਕਲੇਮਡ ਨਾਵਲ ਹੈ, ਤੁਸੀਂ ਉਹਦਾ ਵੀ ਅਨੁਵਾਦ ਕੀਤਾ। ਕਿਹੜੀ ਜ਼ੁਬਾਨ 'ਚ ਉਹਦਾ ਅਨੁਵਾਦ ਕੀਤਾ ਅਤੇ ਕਿਵੇਂ ਦਾ ਰਿਹਾ ਅਨੁਵਾਦ ਕਰਨਾ? ਹਾਂਜੀ, ਉਹ ਐਕਚੁਅਲੀ ਹਿੰਦੀ ਵਿੱਚ ਆ, ਜਿਹੜਾ ਮੂਲ ਹੈ ਉਹ ਹਿੰਦੀ ਵਿੱਚ ਆ। ਉਹਦੇ ਜਿਹੜੇ ਲੇਖਕ ਆ ਉਹ ਓਮ ਪ੍ਰਕਾਸ਼ ਵਾਲਮੀਕੀ ਉੱਤਰ ਪ੍ਰਦੇਸ਼ ਤੋਂ, ਅਤੇ ਉਹਦਾ ਮੈਂ ਪੰਜਾਬੀ ਕੀਤਾ ਸੀਗਾ। ਔਰ ਇਹ ਬੜੇ ਹੈਰਾਨੀ ਦੀ ਵੀ ਗੱਲ ਆ, ਖੁਸ਼ੀ ਦੀ ਗੱਲ ਆ ਵੀ ਅੱਜ ਤੱਕ ਵੀ ਉਹ ਜਿਹੜੀ ਪੁਸਤਕ ਉਹ ਬੈਸਟ ਸੇਲਰ ਆ। ਤੁਸੀਂ ਯਕੀਨ ਨਹੀਂ ਕਰਨਾ, ਜਦੋਂ ਅਸੀਂ ਵਾਲਮੀਕੀ ਜਾਂ ਓਮ ਪ੍ਰਕਾਸ਼ ਵਾਲਮੀਕੀ ਦੀ ਗੱਲ ਕਰਦੇ ਹਾਂ ਅਤੇ ਜੂਠਣ ਜਿਹੜਾ ਹੈ ਉਹ ਲਿਟਰੇਚਰ ਦਾ ਉਹ ਹੈ ਜਿਹੜਾ ਆਪਾਂ ਐਡਵਾਂਸ ਲਿਟਰੇਚਰ ਦੀ ਗੱਲ ਕਰਦੇ ਹਾਂ, ਔਰ ਕ੍ਰਿਟੀਕਲੀ ਇਕਲੇਮਡ ਨਾਵਲ ਹੈ। ਔਰ ਹੁਸ਼ਿਆਰਪੁਰ ਦੇ ਵਿੱਚ ਬੈਠ ਕੇ ਇੱਕ ਮੋਚੀ ਉਹਦਾ ਟਰਾਂਸਲੇਟ ਕਰੇ, ਮੋਚੀ ਉਹਨੂੰ ਪੰਜਾਬੀ 'ਚ ਅਨੁਵਾਦ ਕਰੇ, ਤਾਂ ਮੈਂ ਕਿਹਾ ਕੋਈ ਯਕੀਨ ਨਹੀਂ ਕਰੂਗਾ। ਅੱਛਾ, ਅਤੇ ਕਦੀ ਕਦੀ ਕਿਸੇ ਨੂੰ ਪਹਿਲਾਂ ਪਤਾ ਨਹੀਂ ਹੁੰਦਾ, ਜਦੋਂ ਰਿਸ਼ਤੇਦਾਰਾਂ ਨੂੰ ਪਤਾ ਲੱਗਦਾ ਤਾਂ ਫਿਰ ਉਹਨਾਂ ਨੂੰ ਕਿੱਦਾਂ ਦਾ ਮਹਿਸੂਸ ਹੁੰਦਾ ਹੈ? ਕੀ ਕਹਿੰਦੇ ਨੇ ਉਹ ਕਿ ਵਾਕਈ ਤੁਸੀਂ ਤਾਂ ਬੜੀ ਪਹੁੰਚੀ ਹੋਈ ਹੋ, ਇਹਦਾ ਕੁਝ ਹੁੰਦਾ? ਹਾਂ, ਉਹ ਸਾਡੇ ਕਈ ਜਿਹੜੇ ਆਂਢ ਗੁਆਂਢ 'ਚ ਜਿਹੜੇ ਕਈ ਬੰਦੇ ਇੱਦਾਂ ਰਹਿੰਦੇ ਜਿਹੜੇ ਮੈਨੂੰ ਜਾਣਦੇ ਨਹੀਂ, ਔਰ ਉਹਨਾਂ ਦੀ ਨਜ਼ਰਾਂ ਸਿਰਫ ਇਹੀ ਆ ਵੀ ਮੈਂ ਸਿਰਫ ਇੱਕ ਆਪਣਾ ਪੇਟ ਪਾਲਣ ਵਾਸਤੇ ਜੁੱਤੀਆਂ ਬਣਾਉਂਦਾ ਅਤੇ ਆਪਣਾ ਪੇਟ ਪਾਲ ਰਿਹਾ। ਪਰ ਜਿਸ ਵੇਲੇ ਉਹਨਾਂ ਨੂੰ ਕਿਸੇ ਅਖਬਾਰ ਵਿੱਚ ਜਾਂ ਕਿਤੇ ਹੋਰ ਪਤਾ ਲੱਗਦਾ ਤਾਂ ਫਿਰ ਉਹ ਹੈਰਾਨ ਵੀ ਹੁੰਦੇ ਆ, ਔਰ ਕਹਿੰਦੇ ਵੀ ਆ ਵੀ ਯਾਰ ਸਾਡੇ ਕੋਲ ਐਡਾ ਬੜਾ ਬੰਦਾ ਬੈਠਾ, ਸਾਨੂੰ ਪਤਾ ਹੀ ਨਹੀਂ। ਹਾਂਜੀ। ਅੱਛਾ, ਮੈਂ ਇਹ ਸੁਣਿਆ ਸੀ ਕਿ ਅੰਗਰੇਜ਼ੀ ਵੀ ਤੁਹਾਡੀ ਬੜੀ ਵਧੀਆ ਆ, ਤੁਸੀਂ ਅੰਗਰੇਜ਼ੀ ਬਹੁਤ ਵਧੀਆ ਤਰੀਕੇ ਨਾਲ ਬੋਲ ਵੀ ਲੈਂਦੇ ਹੋ, ਪੜ੍ਹ ਵੀ ਲੈਂਦੇ ਹੋ, ਅਤੇ ਸਾਨੂੰ ਵੀ ਕੁਝ ਪੜ੍ਹ ਕੇ ਸੁਣਾਓਗੇ ਅੰਗਰੇਜ਼ੀ ਦੇ ਵਿੱਚ? ਹਾਂ, ਮੇਰਾ ਇੱਕ ਲੇਖ ਜਿਹੜਾ ਸੀ ਉਹ ਛਪਿਆ ਸੀ ਇੱਕ ਇੰਗਲਿਸ਼ ਕਿਤਾਬ ਦੇ ਵਿੱਚ। ਮਿਸਟਰ ਹਰੀਸ਼ ਕੇ ਪੁਰੀ ਉਸ ਕਿਤਾਬ ਨੂੰ ਐਡਿਟ ਕਰਦੇ ਆ, ਅਤੇ ਉਹਦੇ ਵਿੱਚ ਉਹਨੇ ਮੇਰਾ ਜਿਹੜਾ ਲੇਖ ਉਹ ਲਾਇਆ ਸੀ। ਜੇ ਤੁਸੀਂ ਕਹੋ ਤਾਂ ਮੈਂ ਤੁਹਾਨੂੰ ਉਹਦੀਆਂ ਕੁਛ ਲਾਈਨਾਂ ਜਿਹੜੀਆਂ ਤੁਹਾਨੂੰ ਉਹ ਪੜ੍ਹ ਕੇ ਸੁਣਾਉਂਦਾ। ਜ਼ਰੂਰ। ਹਾਂਜੀ, ਇਹ ਹੈ ਜੀ ਲੇਖ ਹੈ ਜੀ ਇਹ ਮੈਂ ਮਸ਼ਾਲਚੀ ਨਾਵਲ ਜਿਹੜਾ ਸੀਗਾ ਉਹਦਾ ਇੱਕ ਕਰੈਕਟਰ ਆ ਕੱਟੂ, ਅਤੇ ਉਹਦੇ ਆਧਾਰ 'ਤੇ ਮੈਂ ਇੱਕ ਲੇਖ ਤਿਆਰ ਕੀਤਾ ਸੀਗਾ ਵੀ ਜਿਹੜੀ ਦਲਿਤ ਸੰਵੇਦਨਾਵਾਂ ਉਹ ਪੰਜਾਬੀ ਲਿਟਰੇਚਰ ਵਿੱਚ ਕਿੱਥੇ ਖੜੀਆਂ। ਅਤੇ ਉਹਦਾ ਜਿਹੜਾ ਅਨੁਵਾਦ ਸਾਡੇ ਇੱਕ ਮਿੱਤਰ ਹੈ ਪ੍ਰਿੰਸੀਪਲ ਜੀਤ ਸਿੰਘ, ਉਹਨਾਂ ਨੇ ਕੀਤਾ ਸੀ।
ਤੇ ਇਹਦੀਆਂ ਕੁਛ ਲਾਈਨਾਂ ਜਿਹੜੀਆਂ ਮੈਂ ਤੁਹਾਨੂੰ ਸ਼ੁਰੂ ਤੋਂ ਇੰਗਲਿਸ਼ ਪੜ੍ਹ ਕੇ ਦੱਸ ਦਿੰਦਾ, ਉਹ ਇਸ ਤਰ੍ਹਾਂ ਹੈ। ਪ੍ਰੋਜੈਕਸ਼ਨ ਆਫ ਦਲਿਤ ਸੈਂਸਿਬਿਲਿਟੀਜ਼ ਇਨ ਪੰਜਾਬੀ ਦਲਿਤ ਲਿਟਰੇਚਰ। The most important feature of the Punjabi literature in the genres of poetry, prose and fiction is that highlights the sensibility of small and marginal farmers in the form of their misery and due to their poor economic condition. Especially the poet and the writer with Marxist learning have done the extremely well. A Punjabi rural society mired in economic wants has remained their main theme. In their opinion, a small and marginal farmer and an agricultural labourer who is called kammi in Punjabi are sensible. The life story of the small farmer is the pathetic is that agricultural labourer, a small farmer or an agricultural labourer living in a mud houses and completes the journey of her life without an option. The only difference is that the mud house of small farmer is erected in his own land, whereas the thatched hut of the agricultural labourer in the erect on the land which he does not own. The class of agricultural labour is the thickly bounded with the class of small farmers, but the life of the farmer is that is mercy of the latter. It is amazing to note that the life of small farmer has been prominently depicted by the poets and the writers of the mainstream Punjabi literature, but the downtrodden agricultural labourer does not figure in their ਲਿਟਰੇਰੀ ਵਰਕਸ। ਵਾਕਈ ਤੁਹਾਡੀ ਜਿਹੜੀ ਇੰਗਲਿਸ਼ ਹੈ ਉਹ ਵੀ ਬਹੁਤ ਸਹੀ ਹੈ। ਅੱਛਾ, ਮੈਨੂੰ ਇਹ ਲੱਗਦਾ ਹੁੰਦਾ ਕਿ ਸਕੂਲ ਦੇ ਵਿੱਚ ਤੁਸੀਂ ਸਿੱਖਦੇ ਹੋ, ਪਰ ਇਹਦਾ ਮਤਲਬ ਇਹ ਵੀ ਨਹੀਂ ਕਿ ਜੇ ਕਿ ਤੁਸੀਂ ਵੱਡੀਆਂ ਕਲਾਸਾਂ ਨਹੀਂ ਕੀਤੀਆਂ ਤਾਂ ਤੁਹਾਨੂੰ ਅੰਗਰੇਜ਼ੀ ਨਹੀਂ ਆ ਸਕਦੀ, ਤੁਹਾਨੂੰ ਸਾਹਿਤ ਪੜ੍ਹਨਾ ਨਹੀਂ ਆ ਸਕਦਾ, ਕਿਉਂਕਿ ਸ਼ੌਂਕ ਹੋਣਾ ਚਾਹੀਦਾ। ਤੁਹਾਨੂੰ ਵੀ ਇਹ ਲੱਗਦਾ? ਨਹੀਂ, ਇਸ ਤਰ੍ਹਾਂ ਨਹੀਂ ਹੈ ਕੋਈ ਗੱਲ ਵੀ। ਮੈਂ ਐਕਚੁਅਲੀ ਜਿਹੜੀ ਇੰਗਲਿਸ਼ ਦੇ ਵਿੱਚ ਜਿਹੜਾ ਮੈਂ ਥੋੜ੍ਹਾ ਜਿਹਾ ਪੜ੍ਹ ਲੈਂਦਾ, ਉਹ ਮੈਨੂੰ ਸਿਰਫ ਇਸ ਕਰਕੇ ਪੜ੍ਹਨ ਕਰਕੇ ਜਾਂ ਮੈਂ ਜਿਹੜੇ ਇੰਗਲਿਸ਼ ਦੇ ਨਾਵਲ ਹੈ ਉਹ ਕਾਫੀ ਮੈਂ ਆਪਣੇ ਜਦੋਂ ਆਪਾਂ ਘੱਟ ਉਮਰ ਦੇ ਸੀਗੇ ਪੜ੍ਹਦੇ ਸੀ, ਮੈਂ ਕਾਫੀ ਪੜ੍ਹਿਆ। ਜਿਸ ਤਰ੍ਹਾਂ ਜਸੂਸੀ ਨਾਵਲ ਆ ਏਨ ਫਲੇਮਿੰਗ ਦੇ, ਹੋਰ ਕਈ ਇਸ ਤਰ੍ਹਾਂ ਨਾਵਲ ਜਿਹੜੇ ਮੈਂ ਉਹ ਕਾਫੀ ਪੜ੍ਹਦੇ ਨੇ ਆਪਾਂ ਉੱਥੇ, ਅਤੇ ਇਸ ਕਰਕੇ ਮੈਨੂੰ ਪੜ੍ਹਨ ਦੇ ਵਿੱਚ ਜਿਹੜੇ ਮੇਰੇ ਫਲੋਅਰ ਸਮਝਣ ਵਿੱਚ ਉਹ ਕਾਫੀ ਅੱਛਾ। ਹਾਂਜੀ। ਅੱਛਾ, ਸੈਲਫ ਸਟੱਡੀ ਨੂੰ ਕਿੱਦਾਂ ਸਮਝਦੇ ਹੋ? ਤੁਹਾਨੂੰ ਲੱਗਦਾ ਕਿ ਸੈਲਫ ਸਟੱਡੀ ਨਾਲ ਜ਼ਿਆਦਾ ਆਉਂਦਾ ਹੈ ਨਾ? ਹਾਂ, ਬਿਲਕੁਲ ਬਿਲਕੁਲ, ਇਹ ਤਾਂ ਕੋਈ ਸ਼ੱਕ ਨਹੀਂ ਹੈ। ਜਿਹੜੀ ਸੈਲਫ ਸਟੱਡੀ ਆ ਉਹ ਅਸੀਂ ਆਪਣੇ ਮਨ ਬਣਾ ਕੇ ਪੜ੍ਹਦੇ ਹਾਂ, ਔਰ ਸਾਡਾ ਇੱਕ ਲਾਈਨ ਬਣੀ ਹੁੰਦੀ, ਉਹਦੇ ਆਧਾਰ 'ਤੇ ਕਰਦੇ ਹਾਂ। ਜਿਹੜੀ ਦੂਸਰੀ ਪੜ੍ਹ ਰਹੇ ਅਸੀਂ, ਜਿਹੜਾ ਐਕੈਡੈਮਿਕ ਜਿਹਨੂੰ ਆਪਾਂ ਕਹਿੰਦੇ ਹਾਂ, ਉਹਦਾ ਆਪਣਾ ਇੱਕ ਸਿਰਫ ਇੱਕ ਮੋਟਿਵ ਅਲੱਗ ਆ। ਇਹ ਤਾਂ ਅਸੀਂ ਆਪਣੇ ਵਿਚਾਰਾਂ ਨੂੰ ਕਿੱਦਾਂ ਗਰੋ ਕਰਨਾ ਉਸ ਮੰਨ ਕੇ ਅਸੀਂ ਪੜ੍ਹਦੇ ਹਾਂ। ਹਾਂਜੀ। ਅੱਛਾ, ਤੁਸੀਂ ਐਕਸਟੈਂਸ਼ਨ ਲੈਕਚਰ ਵੀ ਦੇਣ ਜਾਂਦੇ ਹੋ। ਅਸੀਂ ਸੁਣਿਆ ਕਿ JNU ਜਾਂਦੇ ਹੋ, ਤੁਸੀਂ ਸ਼ਿਮਲਾ ਯੂਨੀਵਰਸਿਟੀ ਜਾਂਦੇ ਹੋ, ਕਿੱਥੇ ਕਿੱਥੇ ਐਕਸਟੈਂਸ਼ਨ ਲੈਕਚਰ ਅੱਜ ਤੱਕ ਦੇ ਦਿੱਤੇ ਨੇ? ਹਾਂ, ਉਸ ਤਰ੍ਹਾਂ ਜੀ ਜਦੋਂ ਕੋਈ ਇਸ ਦਲਿਤ ਸਾਹਿਤ ਦੇ ਉੱਪਰ ਸੈਮੀਨਾਰ ਹੁੰਦਾ ਤਾਂ ਉਹਦੇ ਵਿੱਚ ਅਲੱਗ-ਅਲੱਗ ਸਾਨੂੰ ਵਿਸ਼ੇ ਦਿੱਤੇ ਜਾਂਦੇ ਆ। ਜਿਸ ਤਰ੍ਹਾਂ ਅਲੱਗ-ਅਲੱਗ ਯੂਨੀਵਰਸਿਟੀ ਤੋਂ ਬੰਦੇ ਆਉਂਦੇ ਆ, ਪ੍ਰੋਫੈਸਰ ਆਉਂਦੇ ਆ। ਉਸੇ ਤਰ੍ਹਾਂ ਮੈਨੂੰ ਵੀ ਸਾਨੂੰ ਵੀ ਵਿਸ਼ੇ ਦਿੱਤਾ ਜਾਂਦਾ ਅਤੇ ਅਸੀਂ ਉਹ 'ਤੇ ਆਪਣਾ ਇੱਕ ਤਿਆਰ ਕਰਕੇ ਲੈਕਚਰ ਤਾਂ ਅਸੀਂ ਉਹ ਕਰੀਦਾ, ਪੇਸ਼ ਕਰੀਦਾ, ਉਹਨੂੰ ਪੜ੍ਹੀਦਾ। ਭਾਰਤੀ ਸਾਹਿਬ, ਕਿੱਥੇ ਕਿੱਥੇ ਦੇ ਦਿੱਤੇ ਹਾਲੇ ਤੱਕ ਲੈਕਚਰ? ਕਿਹੜੀ ਯੂਨੀਵਰਸਿਟੀ? ਸਭ ਤੋਂ ਪਹਿਲਾਂ ਆਪਾਂ ਜਿਹੜਾ ਸ਼ਿਮਲਾ ਆਪਣੇ ਹੈਗੀ ਆ ਐਡਵਾਂਸ ਸਟੱਡੀ ਸੈਂਟਰ, ਉੱਥੇ ਕਾਫੀ ਨਾਰਥ ਔਰ ਸਾਊਥ ਬੈਲਟ ਤੋਂ ਜਿਹੜੇ ਵਿਦਵਾਨ ਆਏ ਸੀ ਅਤੇ ਦਲਿਤ ਸਾਹਿਤ ਦੇ ਅਲੱਗ-ਅਲੱਗ ਵਿਧਾ ਦੇ ਉੱਪਰ ਜਿਹੜੇ ਲੋਕ ਕੰਮ ਕਰ ਰਹੇ ਆ, ਉਹਨਾਂ ਦਾ ਉੱਥੇ ਕਾਫੀ ਬੜਾ ਸੈਮੀਨਾਰ 3-4 ਦਿਨ ਦਾ ਹੋਇਆ ਸੀਗਾ ਅਤੇ ਜਿਹਦੇ ਵਿੱਚ ਮੈਂ ਸ਼ਿਰਕਤ ਕੀਤੀ ਹੈ। ਅਤੇ ਉਹਦੇ ਵਿੱਚ ਜਿਹੜਾ ਮੇਰਾ ਪੇਪਰ ਸੀ ਉਹ ਸੀ ਜਿਹੜੀਆਂ ਦਲਿਤ ਜਿਹੜੀਆਂ ਜੀਵਨੀਆਂ, ਲਾਈਫ ਸਕੈਚ ਆ, ਉਹਨਾਂ 'ਤੇ ਮੇਰਾ ਕੰਮ ਸੀ। ਉਹ ਮੈਂ ਉੱਥੇ ਪੇਸ਼ ਕੀਤਾ ਸੀ। ਉਹ ਆਪਣਾ ਜਿਹੜਾ ਥੀਸਸ ਸੀ ਹਿੰਦੀ ਵਿੱਚ ਸੀ। ਹਾਂਜੀ। ਕਿੱਦਾਂ ਦਾ ਲੱਗਦਾ ਆ ਕਿ ਜ਼ਿੰਦਗੀ ਐਡੀ ਲੰਬੀ ਚਲੇਗੀ ਆ, ਅਤੇ ਜਦੋਂ ਆਪਾਂ ਕਰਦੇ ਹਾਂ ਕਿ ਸਵੇਰ ਦੀ ਦਿਨਚਰਿਆ ਤੋਂ ਲੈ ਕੇ ਸ਼ਾਮ ਤੱਕ ਇੱਥੇ ਰਹਿੰਦੇ ਹੋ, ਜਦੋਂ ਆਲੇ ਦੁਆਲੇ ਨੂੰ ਦੇਖਦੇ ਹੋ, ਕਿਉਂਕਿ ਸਾਹਿਤ ਦੀ ਨਿਗਾਹ ਵੱਖਰੀ ਹੁੰਦੀ ਹੈ, ਸਾਹਿਤਕਾਰ ਦੀ ਨਿਗਾਹ ਵੀ ਵੱਖਰੀ ਹੁੰਦੀ ਹੈ, ਅਤੇ ਆਪਣੇ ਆਲੇ ਦੁਆਲੇ ਨੂੰ ਦੇਖ ਕੇ ਕੀ ਲੱਗਦਾ ਹੈ ਅੱਜ ਕੱਲ੍ਹ ਦੇ ਮਾਹੌਲ 'ਚ? ਹਾਂ, ਵੈਸੇ ਤਾਂ ਮੈਨੂੰ ਕਈ ਵਾਰ ਇੱਦਾਂ ਲੱਗਦਾ ਵੀ ਕਿਉਂਕਿ ਸਾਹਿਤ ਨੂੰ ਸਮਝਣਾ ਨਾ ਤਾਂ ਹਰ ਕਿਸੇ ਦੇ ਬਸ ਦੀ ਗੱਲ ਵਾ,
ਨਾ ਪੜ੍ਹਨਾ ਕਿਸੇ ਹਰ ਇੱਕ ਦੀ ਅਪਰੋਚ ਵਿੱਚ ਆ। ਅਤੇ ਅਸੀਂ ਜਿੱਦਾਂ ਸੋਚਦੇ ਹਾਂ ਸਮਾਜ ਨੂੰ, ਲੋਕਾਂ ਨੂੰ, ਉਹਨਾਂ ਦੇ ਵਿਚਾਰਾਂ ਨੂੰ, ਜਿਹੜੇ ਸਾਡੇ ਸਮਾਜ ਦਾ ਸਮਾਜਿਕ ਇੱਕ ਰਵੱਈਆ ਚੱਲ ਰਿਹਾ, ਉਸ ਨੂੰ ਦੇਖਦੇ ਹਾਂ। ਪੋਲੀਟੀਕਲ ਜੋ ਸਾਡੇ ਚੱਲ ਰਿਹਾ, ਅਸੀਂ ਉਹਨੂੰ, ਸਾਡਾ ਦੇਖਣ ਦਾ ਆਪਣਾ ਨਜ਼ਰੀਆ ਅਲੱਗ ਆ। ਅਤੇ ਮੈਨੂੰ ਨਹੀਂ ਲੱਗਦਾ ਵੀ ਜਿਹੜੇ ਦੂਸਰੇ ਲੋਕ ਆ ਜਿੱਦਾਂ ਆਪਾਂ ਸੋਚਦੇ ਹਾਂ, ਆਪਾਂ ਦੁਖੀ ਵੀ ਹੁੰਦੇ ਹਾਂ ਜੇ ਸਮਾਜ ਦੇ ਵਿੱਚ ਕੋਈ ਅਨਹੈਪਨਿੰਗ ਕੋਈ ਇੱਦਾਂ ਦੀ ਹੁੰਦੀ ਆ, ਕਿਸੇ ਨਾਲ ਵਿਤਕਰਾ ਹੋ ਰਿਹਾ, ਸਮਾਜਿਕ ਤੌਰ 'ਤੇ ਹੋ ਰਿਹਾ, ਆਰਥਿਕ ਤੌਰ 'ਤੇ ਹੋ ਰਿਹਾ। ਅਤੇ ਜਿੱਦਾਂ ਮੈਨੂੰ ਦੁੱਖ ਲੱਗਦਾ, ਮੇਰੇ ਮਨ ਨੂੰ ਦੁੱਖ ਲੱਗਦਾ, ਮੇਰੇ ਸਾਹਿਤਕਾਰ ਮਨ ਨੂੰ ਦੁੱਖ ਲੱਗਦਾ, ਉਹ ਸ਼ਾਇਦ ਆਮ ਬੰਦੇ ਨੂੰ ਨਹੀਂ ਲੱਗਦਾ, ਇਗਨੋਰ ਕਰਦਾ ਉਹਨੂੰ। ਵਾਕਈ ਸਾਹਿਤਕਾਰ ਦਾ ਦੇਖਣਾ ਬਹੁਤ ਜਿਹੜਾ ਕਹਿ ਲਈਏ ਕਿ ਅਵਲ ਦਰਜੇ ਦਾ ਹੁੰਦਾ ਆ। ਅੱਛਾ, ਮੇਰਾ ਜਿਹੜਾ ਸਵਾਲ ਅਗਲਾ ਇਹ ਹੈ ਕਿ ਤੁਸੀਂ ਜਦੋਂ ਜੁੱਤੀਆਂ ਗੰਢਦੇ ਹੋ, ਜੁੱਤੀਆਂ ਬਣਾਉਂਦੇ ਹੋ, ਤਾਂ ਸਾਹਿਤਕਾਰ ਜਿਹੜਾ ਆ ਉਹ ਬੜੇ ਕਹਿ ਹੁੰਦੇ ਕਿ ਕੋਮਲ ਦਿਲ ਦਾ ਹੁੰਦਾ ਆ, ਅਤੇ ਜੁੱਤੀਆਂ ਦੇ ਵਿੱਚ ਕਿਹੜੀ ਖਾਸੀਅਤ ਪਾਉਂਦੇ ਹੋ? ਨਹੀਂ, ਇਸ ਤਰ੍ਹਾਂ ਦੀ ਕੋਈ ਖਾਸੀਅਤ ਕਾਹਦੀ ਹੈ? ਇਹ ਤਾਂ ਇੱਕ ਸਾਡਾ ਜ਼ਰੀਆ ਆ। ਕੋਈ ਬੱਚੇ ਪੜ੍ਹਾ ਰਿਹਾ, ਕੋਈ ਆਪਣਾ ਜੋਬ ਕਰ ਰਿਹਾ। ਇਹ ਮੇਰੀ ਆਪਣੀ ਹੈਗੀ ਹੈ। ਮੈਂ ਜੋਬ ਵੀ ਕਰਕੇ ਆਇਆ, ਜੋਬ ਵੀ ਕਰਕੇ ਦੇਖੀ ਆ। ਔਰ ਮੈਂ ਜਿੰਨੇ ਚਿਰ 5 ਔਰ 6 ਸਾਲ ਮੈਂ ਜੋਬ ਕੀਤੀ ਆ, ਔਰ ਇਸ ਅਰਸੇ ਦੇ ਵਿੱਚ ਮੈਨੂੰ ਐਂ ਲੱਗਦਾ ਰਿਹਾ ਜਿੱਦਾਂ ਮੈਂ ਇੱਕ ਮਾਨਸਿਕ ਮੇਰੇ ਸਲੇਵਰੀ ਜਿਹੜੀ ਹੈ ਮੇਰੇ ਦਿਮਾਗ 'ਚ ਉਹ ਬੈਠੀ ਹੁੰਦੀ ਆ। ਪ੍ਰੈਸ਼ਰ, ਰੋਜ਼ ਦਾ ਆਉਣ ਜਾਣ ਦਾ ਪ੍ਰੈਸ਼ਰ, ਆਪਣੀ ਡਿਊਟੀ ਦੇ ਪ੍ਰਤੀ ਪ੍ਰੈਸ਼ਰ, ਅਤੇ ਉਹਦੇ ਵਿੱਚ ਮੈਂ ਦੇਖਿਆ ਮੇਰੀ ਜਿਹੜੀ ਸਾਹਿਤਕ ਰੁਚੀਆਂ ਜਿਹੜੀਆਂ ਸੀਗੀਆਂ ਉਹ ਕਾਫੀ ਘੱਟ ਜਾਂਦੀਆਂ। ਲੇਕਿਨ ਜਿਸ ਵੇਲੇ ਮੈਂ ਆਪਣਾ ਕੰਮ ਕਰਦਾ, ਆਪਣੀ ਜੋਬ 'ਚ ਆਉਂਦਾ, ਆਪਣੇ ਦੁਕਾਨ 'ਤੇ ਆਉਂਦਾ, ਤਾਂ ਮੈਨੂੰ ਮੇਰੇ ਉੱਪਰ ਕਿਸੇ ਦਾ ਕੋਈ ਬੰਦਿਸ਼ ਨਹੀਂ ਹੁੰਦੀ। ਮੈਂ ਜਦੋਂ ਚਾਹਾਂ ਮੈਂ ਕੰਮ ਕਰ ਸਕਦਾ, ਜਦੋਂ ਚਾਹਾਂ ਮੈਂ ਪੜ੍ਹ ਸਕਦਾ, ਜਦੋਂ ਚਾਹਾਂ ਮੈਂ ਕਿਸੇ ਨਾਲ ਗੱਲ ਕਰ ਸਕਦਾ। ਵਾਕਈ ਜਿਹੜਾ ਸਾਹਿਤਕਾਰ ਹੈ ਉਹ ਬੰਦਿਸ਼ਾਂ ਦੇ ਵਿੱਚ ਰਹਿ ਹੀ ਨਹੀਂ ਸਕਦਾ। ਭਾਰਤੀ ਜੀ, ਸਾਡੇ ਨਾਲ ਗੱਲਬਾਤ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਸ਼ੁਕਰੀਆ ਜੀ, ਤੁਹਾਡਾ ਇੱਥੇ ਆਉਣ ਦਾ ਬਹੁਤ ਧੰਨਵਾਦ ਜੀ। ਜਦੋਂ ਅਸੀਂ ਕਿਰਤ ਦੀ ਗੱਲ ਕਰਦੇ ਹਾਂ ਤਾਂ ਕੋਈ ਵੀ ਕਿਰਤ ਛੋਟੀ ਨਹੀਂ ਹੁੰਦੀ। ਜਿਵੇਂ ਭਾਰਤੀ ਸਾਹਿਬ ਨੇ ਕਿਹਾ ਕਿ ਕੋਈ ਪੜ੍ਹਾਉਂਦਾ ਆ, ਕੋਈ ਡਾਕਟਰ ਹੈ, ਮੈਂ ਵੀ ਬਿਲਕੁਲ ਉਸੇ ਤਰੀਕੇ ਦੇ ਨਾਲ ਆਪਣਾ ਕੰਮ ਕਰਦਾ ਹਾਂ, ਅਤੇ ਕੰਮ ਦੇ ਨਾਲ ਨਾਲ ਮੈਂ ਆਪਣੀ ਰੂਹ ਦੀ ਖੁਰਾਕ ਸਾਹਿਤ ਨੂੰ ਪਾਣੀ ਦਿੰਦਾ ਆ। ਵੈਸੇ ਇੱਦਾਂ ਦੀਆਂ ਉਦਾਹਰਨਾਂ ਕਹਿ ਲਓ ਕਿ ਅੱਜ ਕੱਲ੍ਹ ਬਹੁਤ ਘੱਟ ਮਿਲਦੀਆਂ ਨੇ, ਪਰ ਮੈਂ ਤੁਹਾਡੇ ਲਈ ਇੱਦਾਂ ਦੀਆਂ ਉਦਾਹਰਨਾਂ ਲੈ ਕੇ ਆਉਂਦਾ ਰਹਾਂਗਾ। ਆਪਣੇ ਸਹਿਯੋਗੀ ਪਰਮਿੰਦਰ ਤੇ ਅਭੀ ਦੇ ਨਾਲ ਮੈਂ ਜਤਿੰਦਰ ਸਿੰਘ ਖਹਿਰਾ, ਟੀਵੀ ਪੰਜਾਬ ਲਈ, ਹੁਸ਼ਿਆਰਪੁਰ ਤੋਂ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ, ਪੂਰਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।